ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸਰਵੰਸਦਾਨੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਜਾਰਾ ਜਹੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ। ਗੁਰੂ ਸਾਹਿਬ ਜੀ ਦਾ ਹੁਕਮ ਹੈ, ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਪਰਮੇਸ਼ਰ ਦੇ ਧਿਆਨ ਪਰਾਇਣ ਹੋਵੇ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨ ਮੰਦਾ। ਸਭ ਤੋਂ ਪਹਿਲਾ ਕਰਮ ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਪਰਮੇਸ਼ਰ ਦਾ ਧਿਆਨ ਕਰਨਾ। ਸਾਰੀ ਸ੍ਰਿਸ਼ਟੀ ਦਾ ਮੂਲ ਮੁੱਢ ਜੋ ਪ੍ਰਮਾਤਮਾ ਵਾਹਿਗੁਰੂ ਹੈ, ਉਸ ਦੇ ਗੁਣਾਂ ਦਾ ਧਿਆਨ ਕਰਨਾ, ਉਸ ਦੇ ਸਰੂਪ ਦਾ ਧਿਆਨ ਕਰਨਾ। ਫਿਰ ਗੁਰਬਾਣੀ ਦਾ ਤੇ ਨਾਮ ਦਾ ਅਭਿਆਸ ਕਰਦੇ ਹੋਏ ਗੁਰੂ ਘਰ ਜਾਣਾ, ਸੰਗਤ 'ਚ ਬੈਠਣਾ। ਸੰਗਤ 'ਚ ਬਹਿ ਕੇ ਗੁਰਬਾਣੀ ਸੁਣਨੀ, ਕੀਰਤਨ ਸੁਣਨਾ, ਕਥਾ ਸੁਣਨੀ। ਇਹ ਗੁਰੂ ਕੀ ਮਰਜ਼ਾਦਾ ਥਾਪੀ ਹੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਜਿੱਥੇ ਵੀ ਸਤਿਗੁਰੂ ਗਏ ਨੇ, ਪਹਿਲੇ ਪਾਤਸ਼ਾਹ ਸਾਰੇ ਸੰਸਾਰ ਦਾ ਚੱਕਰ ਲਾਇਆ ਹੈ। ਜਿੱਤੀ ਨੌਖੰਡ ਵੇਦਨੀ ਸਤਿਨਾਮ ਦਾ ਚੱਕਰ ਫਿਰਾਇਆ। ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਟੋਆ। ਨੌਖੰਡ ਧਰਤੀ ਭਾਈ ਗੁਰਦਾਸ ਜੀ ਨੇ ਲਿਖੀ ਹੈ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨਾਂ ਪਵਿੱਤਰ ਕਰ ਦਿੱਤੀ। ਜਿੱਥੇ ਵੀ ਗੁਰੂ ਸਾਹਿਬ ਗਏ ਉੱਥੇ ਉਪਦੇਸ਼ ਇਹ ਦਿੱਤਾ ਵੀ ਭਾਈ ਧਰਮਸਾਲ ਬਣਾਓ। ਧਰਮਸਾਲ ਦੇ ਵਿੱਚ ਸੁਬਾਹ ਸ਼ਾਮ, ਸਵੇਰੇ ਸ਼ਾਮ ਇਕੱਠੇ ਹੋ ਕੇ ਕੀਰਤਨ ਕਰਿਆ ਕਰੋ, ਵਾਹਿਗੁਰੂ ਦੀ ਗੁਣ ਉਸਤਤੀ ਕਰਿਆ ਕਰੋ, ਪਰਮੇਸ਼ਰ ਦਾ ਜਸ ਗਾਇਆ ਕਰੋ। ਪ੍ਰਭੂ ਦੀ ਉਸਤਤ ਕਰਨ ਨਾਲ ਤੁਸੀਂ ਵੀ ਵੱਡੇ ਬਣ ਜਾਓਗੇ। ਤੁਹਾਡੇ ਅੰਦਰੋਂ ਜਿਹੜੀਆਂ ਨੀਚ ਭਾਵਨਾਵਾਂ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਡਰ, ਇਹ ਸਭ ਖਤਮ ਹੋ ਜਾਣਗੇ। ਆਪਣੀ ਆਤਮਾ ਨੂੰ ਪਛਾਣ ਲਵੋਗੇ। 84 ਦਾ ਗੇੜਾ ਮੁੱਕ ਜਾਏਗਾ। ਇਸੇ ਪ੍ਰਯੋਜਨ ਲਈ ਗੁਰੂ ਸਾਹਿਬ ਦਾ ਅਵਤਾਰ ਹੋਇਆ ਹੈ। ਜੋ ਸੰਸਾਰ ਦੇ ਕੁੰਭੀ ਨਰਕ ਵਿੱਚ ਜੀਵ ਡਿੱਗੇ ਹੋਏ ਨੇ, ਉਹਨਾਂ ਨੂੰ ਕੱਢਣ ਵਾਸਤੇ ਸਤਿਗੁਰੂ ਆਏ ਹਨ, ਪਰਮੇਸ਼ਰ ਰੂਪ ਆਏ ਹਨ। ਆ ਕੇ ਸ਼ਬਦ ਬਾਣੀ ਨਾਲ ਜੋੜਿਆ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਆਪਣੀ ਬਾਣੀ ਦੇ ਵਿੱਚ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਜਿਸ ਵਾਹਿਗੁਰੂ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਵਸਦੇ ਹਨ, ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਹਨ। ਉਸ ਵਾਹਿਗੁਰੂ ਨੇ ਸਾਡੇ ਮਨੁੱਖਾਂ ਦੇ ਕਲਿਆਣ ਲਈ ਸਾਡੇ ਵਰਗਾ ਹੀ ਰੂਪ ਧਾਰਨ ਕੀਤਾ ਹੈ। ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦਰਸ਼ਨ ਦਿੱਤੇ ਹਨ। ਜਾ ਕੇ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜਿਸ ਇੱਕ ਓੰਕਾਰ ਦਾ ਅਨੇਕਾਂ ਪ੍ਰਕਾਰ ਦਾ ਪਸਾਰਾ ਹੈ। ਸ੍ਰਿਸ਼ਟੀ ਜਿਤਨਾ ਵੀ ਪਸਾਰਾ ਹੈ, ਸਾਰਾ ਸਾਧ ਸੰਗਤ ਜੀ ਇੱਕ ਓੰਕਾਰ ਦਾ ਹੀ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ ਹੈ।
ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਚੇਤਨ ਸੱਤਾ ਵੀ ਓੰਕਾਰ ਦੀ ਹੈ ਸਾਰੀ। ਜਿਤਨੇ ਜੀਵਾਂ 'ਚ ਚੇਤਨ ਸੱਤਾ ਹੈ, ਓੰਕਾਰ ਕੀਆ ਜਿਨ ਚਿਤ। ਜੇ ਵਾਹਿਗੁਰੂ ਨਾ ਹੋਵੇ ਤੇ ਸਾਡੇ ਅੰਦਰ ਚੇਤਨ ਸੱਤਾ ਵੀ ਨਾ ਹੋਵੇ, ਅਸੀਂ ਵੀ ਨਾ ਹੋਈਏ। ਜੋ ਕੁਛ ਹੈ ਪਰਮੇਸ਼ਰ ਦੀ ਹੋਂਦ ਕਰਕੇ ਹੈ। ਓੰਕਾਰ ਸੈਲ ਜੁਗ ਪਏ, ਪਹਾੜ, ਦਰਿਆ, ਨਦੀਆਂ, ਜਿੰਨਾ ਮਟੀਰੀਅਲ ਹੈ ਉਹ ਸਾਰਾ ਮੈਟਲ ਵਾਹਿਗੁਰੂ ਤੋਂ ਹੀ ਪੈਦਾ ਹੁੰਦਾ ਹੈ। ਜੁਗ ਨਾਮ ਸਮਿਆਂ ਦਾ ਹੈ। ਸਾਧ ਸੰਗਤ ਜੀ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ ਆਦਿਕ ਸਮੇਂ ਦੀ ਰਚਨਾ ਵੀ ਵਾਹਿਗੁਰੂ ਤੋਂ ਹੀ ਹੋਈ ਹੈ। ਓੰਕਾਰ ਵੇਦ ਨਿਰਮਏ, ਓੰਕਾਰ ਤੋਂ ਹੀ ਵੇਦਾਂ ਦਾ ਨਿਰਮਾਣ ਹੋਇਆ ਹੈ। ਵੇਦ ਨਾਮ ਗਿਆਨ ਦਾ ਹੈ। ਜਿਤਨੇ ਗਿਆਨ ਦੇ ਗ੍ਰੰਥ ਹਨ ਉਹ ਓੰਕਾਰ ਤੋਂ ਹੀ ਪੈਦਾ ਹੋਏ ਹਨ। ਓੰਕਾਰ ਸ਼ਬਦ ਉਦਰੇ, ਜੀਵਾਂ ਦਾ ਉਧਾਰ ਵੀ ਓੰਕਾਰ ਸ਼ਬਦ ਦੁਆਰਾ ਹੀ ਹੋਇਆ ਹੈ। ਓੰਕਾਰ ਗੁਰਮੁਖ ਤਰੇ, ਓੰਕਾਰ ਦੁਆਰਾ, ਓੰਕਾਰ ਦੀ ਧੁਨੀ ਦੁਆਰਾ ਹੀ ਗੁਰਮੁਖ ਗੁਰੂ ਦੇ ਮੁਖ ਤੋਂ ਉਪਦੇਸ਼ ਲੈ ਕੇ ਇਹ ਸੰਸਾਰ ਸਾਗਰ ਤੋਂ ਪਾਰ ਤਰ ਗਏ, ਲੰਘ ਗਏ ਹਨ। ਓ ਨਾ ਮੱਖਰ ਸੁਣੋ ਵਿਚਾਰ, ਓ ਨਾ ਮੱਖਰ ਤ੍ਰਿਭਵਨ ਸਾਰ। ਮਹਾਰਾਜ ਕਹਿੰਦੇ ਤਿੰਨਾਂ ਭਵਨਾਂ ਦਾ ਨਿਚੋੜ ਮੂਲ ਤੱਤ ਜੋ ਹੈ ਓੰਕਾਰ ਬੀਜ ਰੂਪ ਹੈ। ਤੇ ਉਸ ਓੰਕਾਰ ਦਾ ਪਸਾਰਾ ਕਿੱਡਾ ਵੱਡਾ ਹੈ। ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ। ਉਸ ਵਾਹਿਗੁਰੂ ਦੇ ਓੰਕਾਰ ਦੇ ਨਾਨਾ ਪ੍ਰਕਾਰ ਦੇ, ਅਨੇਕ ਪ੍ਰਕਾਰ ਦੇ ਆਕਾਰ ਹਨ। ਸ੍ਰੀ ਮੁਖ ਸ਼ਬਦ ਗੁਰ ਸਿੱਖਨ ਸੁਨਾਏ ਹੈ। ਉਸ ਵਾਹਿਗੁਰੂ ਨੇ, ਓੰਕਾਰ ਸਰੂਪ ਪਰਮੇਸ਼ਰ ਨੇ ਸਾਨੂੰ ਆ ਕੇ ਆਪਣੀ ਧੁਨੀ, ਗੁਰਬਾਣੀ, ਗੁਰਮਤਿ, ਗੁਰਸਿੱਖਿਆ, ਗੁਰੂ ਮੰਤਰ ਦੀ ਦਾਤ ਦੇ ਕੇ ਸੁਣਾਇਆ ਹੈ। ਸੋ ਬੜੇ ਪ੍ਰੇਮ ਨਾਲ ਆਪਾਂ ਸਤਿਗੁਰੂ ਜੀ ਦੀ ਬਾਣੀ ਦੀ ਰੋਜ਼ ਵਿਚਾਰ ਸਰਵਣ ਕਰਦੇ ਹਾਂ। ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਹੋਈ ਸੀ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਵਾਹਿਗੁਰੂ ਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ। ਉਹਦੇ ਕਹਿਣ ਨਾਲ ਵੀ ਅੰਤ ਨਹੀਂ ਆਉਂਦਾ ਤੇ ਕਹਿਣ ਵਾਲੇ ਕਈ ਵੀ ਜਾਂਦੇ ਹਨ। ਕਹਿਣ ਵਾਲਿਆਂ ਦਾ ਹੀ ਅੰਤ ਨਹੀਂ, ਕਿੰਨੇ ਕਹੀ ਜਾਂਦੇ ਹਨ। ਫਿਰ ਵੀ ਵਾਹਿਗੁਰੂ ਦੀ ਉਸਤਤ ਕਥਨ 'ਚ ਨਹੀਂ ਆਉਂਦੀ। ਸ਼ੇਸ਼ਨਾਗ ਸਿਰ ਸਹਿਸ ਬਨਾਈ, ਦਵੈ ਸਹੰਸ ਰਸਨਾ ਸੁਹਾਈ। ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰਾ। ਸ਼ੇਸ਼ਨਾਗ ਦੇ 1000 ਸਿਰ ਤੇ 2000 ਜੀਭਾਂ ਹਨ। ਸ਼ੇਸ਼ਨਾਗ ਪ੍ਰਭੂ ਦੇ ਨਿਤ ਨਵੇਂ ਨਾਮ ਰੋਜ਼ ਲੈਂਦਾ ਹੈ, ਰੋਜ਼ ਰਟਨ ਕਰਦਾ ਹੈ, ਪਰ ਫਿਰ ਵੀ ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ ਉਸ ਦੇ ਕੋਲੋਂ। ਸੋ ਸਾਧ ਸੰਗਤ ਜੀ, ਆਓ ਹੁਣ ਪ੍ਰੇਮ ਨਾਲ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਰਵਣ ਕਰੀਏ, ਰਸਨਾ ਨੂੰ ਪਵਿੱਤਰ ਕਰੀਏ। ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਮਹਾਰਾਜ ਕਹਿੰਦੇ ਵਾਹਿਗੁਰੂ ਦੀਆਂ ਸਿਫਤਾਂ ਦਾ ਅੰਤ ਕੋਈ ਨਹੀਂ। ਬੇਅੰਤ ਸਿਫਤਾਂ ਹਨ, ਬੇਅੰਤ ਗੁਣ ਹਨ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਤੇਰੇ ਚਰਣਾ ਤੇਰੇ ਚਰਨ ਧੂੜ, ਵਡਭਾਗੀ ਪਾਵਾਂ ਰਾਮ। ਹੇ ਪ੍ਰਭੂ ਤੇਰੇ ਬੇਅੰਤ ਗੁਣ ਹਨ, ਕਿੰਨੇ ਕੁ ਗਾ ਲਵਾਂ। ਗਾਏ ਨਹੀਂ ਜਾਂਦੇ, ਕਹੇ ਨਹੀਂ ਜਾਂਦੇ। ਮੈਨੂੰ ਤੇਰੇ ਚਰਨਾਂ ਦੀ ਧੂੜ ਹੀ ਮਿਲ ਜਾਵੇ, ਇਹੀ ਮੇਰੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੈ। ਇਸ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਵਾਹਿਗੁਰੂ ਦੀਆਂ ਸਿਫਤਾਂ ਦਾ ਅੰਤ ਨਹੀਂ, ਕਹਿਣ ਵਾਲਿਆਂ ਦਾ ਵੀ ਅੰਤ ਨਹੀਂ।
ਤੇ ਜਿੰਨਾ ਉਹ ਕਹੀ ਜਾਂਦੇ ਨੇ ਉਨੇ ਪ੍ਰਮਾਤਮਾ ਦੇ ਗੁਣ ਵਧੀ ਜਾਂਦੇ ਨੇ, ਅੰਤ ਫਿਰ ਵੀ ਨਹੀਂ ਹੁੰਦਾ। ਅੰਤ ਨਾ ਕਰਨੈ ਦੇਨ ਨਾ ਅੰਤ। ਵਾਹਿਗੁਰੂ ਨੇ ਜੋ ਕੁਝ ਪਸਾਰਾ ਕੀਤਾ ਹੋਇਆ ਹੈ, ਧਰਤੀ ਦਾ, ਆਸਮਾਨ ਦਾ, ਸੂਰਜ ਦਾ, ਚੰਦਰਮਾ ਦਾ, ਗ੍ਰਹਿ ਤਾਰਿਆਂ ਦਾ, ਨਛੱਤਰਾਂ ਦਾ, ਖੰਡਾਂ ਤੇ ਬ੍ਰਹਮੰਡਾਂ ਦਾ ਪਸਾਰਾ ਵਾਹਿਗੁਰੂ ਨੇ ਪਸਾਰਿਆ ਹੈ। ਉਹ ਸਾਰੇ ਪਸਾਰੇ ਦਾ ਹੀ ਅੰਤ ਨਹੀਂ। ਜਿਤਨਾ ਵੱਡਾ ਪ੍ਰਭੂ ਦਾ ਪਸਾਰਾ ਪਸਰਿਆ ਹੈ ਉਹਦਾ ਅੰਤ ਨਹੀਂ ਪੈਂਦਾ, ਬਹੁਤ ਵੱਡਾ ਪਸਾਰਾ ਹੈ। ਅੰਤ ਨਾ ਵੇਖਣਾ ਸੁਣਨਾ ਨਾ ਅੰਤ। ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਦੇ ਬਣਾਏ ਹੋਏ ਪਸਾਰੇ ਨੂੰ ਜੇ ਕੋਈ ਵੇਖ ਕੇ ਸੋਚੇ ਵੀ ਮੈਂ ਅੰਤ ਪਾ ਲਵਾਂਗਾ, ਅੱਖਾਂ ਨਾਲ ਵੇਖ ਲਵਾਂਗਾ, ਕਈ ਵੇਖਣ ਤੁਰ ਪੈਂਦੇ ਐ ਵੀ ਅਸੀਂ ਵੇਖ ਕੇ ਆਈਏ ਦੁਨੀਆ ਕਿੱਥੋਂ ਤੱਕ ਪਸਰੀ ਹੋਈ ਹੈ। ਬੜੇ ਬੜੇ ਲੋਕ ਹੋਏ ਨੇ, ਉਹ ਵੇਖਣ ਤੁਰ ਪਏ। ਪਹਿਲੇ ਜ਼ਮਾਨੇ ਵਿੱਚ ਵੀ ਕਹਿੰਦੇ ਕੁਝ ਚੀਨ ਤੋਂ ਯਾਤਰੀ ਆਏ, ਕਈ ਹੋਰ ਕਿਸੇ ਮੁਲਕਾਂ ਤੋਂ ਆਏ, ਉਹ ਵੇਖਣ ਤੁਰੇ ਵੀ ਫਲਾਣਾ ਦੇਸ਼ ਦੇਖ ਕੇ ਆਈਏ, ਕਿਹੋ ਜਿਹੀ ਧਰਤੀ ਹੈ, ਕਿਹੋ ਜਿਹੇ ਬੰਦੇ ਹਨ, ਕਿਹੋ ਜਿਹਾ ਪਸਾਰਾ ਹੈ, ਕਿੱਦਾਂ ਦੀ ਸੱਭਿਅਤਾ ਹੈ। ਵੇਖ ਵੇਖ ਕੇ ਥੱਕ ਗਏ ਪਰ ਵੇਖਿਆ ਨਹੀਂ ਗਿਆ। ਅੰਤ ਨਾ ਵੇਖਣ। ਜੇ ਵੇਖਣ ਲੱਗ ਜਾਈਏ ਵਾਹਿਗੁਰੂ ਦੀ ਮਾਇਆ ਦਾ, ਕੁਦਰਤ ਦਾ, ਫਿਰ ਵੀ ਅੰਤ ਨਹੀਂ ਪੈਂਦਾ, ਵੇਖੀ ਨਹੀਂ ਜਾਂਦੀ ਪੂਰੀ। ਕਿੰਨਾ ਕੁ ਵੇਖ ਲਓਗੇ, ਅੱਖਾਂ ਹੀ ਥੱਕ ਜਾਣਗੀਆਂ। ਵਾਹਿਗੁਰੂ ਦਾ ਪਸਾਰਾ ਵੇਖਿਆ ਵੀ ਨਹੀਂ ਜਾਂਦਾ। ਸੁਣਨ ਦਾ ਅੰਤ। ਜੇ ਕੋਈ ਸੁਣ ਕੇ ਕਵੇ ਵੀ ਮੈਂ ਅੰਤ ਪਾ ਲਵਾਂਗਾ, ਸੁਣੀ ਜਾਵੇ ਤਾਂ ਸੁਣ ਕੇ ਵੀ ਇਤਨਾ ਵੱਡਾ ਪਸਾਰਾ ਹੈ, ਸੁਣਿਆ ਵੀ ਨਹੀਂ ਜਾਂਦਾ। ਇਤਨੇ ਬਚਨ ਬੋਲਦੇ ਹਨ ਸੰਸਾਰ ਦੇ ਲੋਕ, ਸਾਰੇ ਬਚਨ ਨਹੀਂ ਸੁਣੇ ਜਾਂਦੇ। ਬੋਲਦਾ ਸਾਰਿਆਂ 'ਚ ਪ੍ਰਭੂ ਹੀ ਹੈ। ਸਰਬੇ ਰੰਗੀ ਰੂਪੀ ਤੂੰ ਹੈ। ਮਹਾਰਾਜ ਕਹਿੰਦੇ ਸਾਰਿਆਂ ਰੰਗਾਂ 'ਚ, ਸਾਰਿਆਂ ਰੂਪਾਂ ਵਿੱਚ, ਸਾਰੀਆਂ ਆਵਾਜ਼ਾਂ 'ਚ, ਸਾਰੀਆਂ ਧੁਨੀਆਂ 'ਚ ਤੂੰ ਹੀ ਤੂੰ ਬੋਲਦਾ ਹੈ। ਪਰ ਜੇ ਕੋਈ ਅੰਤ ਪਾਣਾ ਚਾਹੇ ਸੁਣ ਕੇ, ਤਾਂ ਸੁਣ ਕੇ ਵੀ ਅੰਤ ਨਹੀਂ ਪਾ ਸਕਦਾ। ਅੰਤ ਨਾ ਜਾਪੇ ਕਿਆ ਮਨ ਮੰਤ। ਸਤਿਗੁਰੂ ਜੀ ਕਥਨ ਕਰਦੇ ਹਨ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਦਾ ਅੰਤ ਨਹੀਂ ਪੈਂਦਾ। ਇਹ ਵੀ ਪਤਾ ਨਹੀਂ ਲੱਗਦਾ ਕਿ ਵਾਹਿਗੁਰੂ ਦੇ ਮਨ ਵਿੱਚ ਕੀ ਮੰਤ ਹੈ, ਕੀ ਸਲਾਹ ਹੈ। ਪਰਮਾਤਮਾ ਦੇ ਦਿਲ ਦੀ ਪਰਮਾਤਮਾ ਹੀ ਜਾਣਦਾ ਹੈ। ਉਸ ਪ੍ਰਭੂ ਨੇ ਕਿਸ ਵੇਲੇ ਕੀ ਸੋਚਣਾ ਹੈ ਤੇ ਕੀ ਕਰਨਾ ਹੈ ਉਹੀ ਜਾਣਦਾ ਹੈ, ਦੂਸਰਾ ਨਹੀਂ ਕੋਈ ਜਾਣਦਾ। ਉਹਦੇ ਦਿਲ ਦੀਆਂ ਉਹੀ ਜਾਣਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਤੇਰੀਆਂ ਤੂੰ ਜਾਣੇ ਕਰਤਾਰ। ਵਾਹਿਗੁਰੂ ਤੇਰੀਆਂ ਤੂੰ ਹੀ ਜਾਣਦਾ। ਕਿਹੜੇ ਵੇਲੇ ਤੇਰੇ ਮਨ 'ਚ ਕੀ ਆ ਜਾਣਾ ਹੈ ਦੂਜਾ ਕੋਈ ਨਹੀਂ ਜਾਣਦਾ, ਵਾਹਿਗੁਰੂ ਹੀ ਜਾਣਦਾ। ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕਿਆ ਮਨ ਮੰਤ। ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕਿਆ ਮਨ ਮੰਤ। ਨਹੀਂ ਪਤਾ ਲੱਗਦਾ ਮੇਰੇ ਪ੍ਰਭੂ ਵਾਹਿਗੁਰੂ ਦੀ ਕੀ ਮਰਜ਼ੀ ਹੈ। ਛਿਨ ਮੈਂ ਰਾਉ ਰੰਗ ਕੋ ਕਰੀ, ਰਾਉ ਰੰਗ ਕਰ ਡਾਰੇ। ਰਾਜੇ ਨੂੰ ਭਿਖਾਰੀ ਬਣਾ ਦੇਣਾ ਤੇ ਭਿਖਾਰੀ ਨੂੰ ਰਾਜਾ ਬਣਾ ਦੇਣਾ 1 ਮਿੰਟ ਦੀ ਖੇਡ ਹੈ। ਸੋਚਿਆ ਹੀ ਨਹੀਂ ਹੁੰਦਾ ਵੀ ਏਦਾਂ ਵੀ ਹੋ ਸਕਦਾ ਹੈ। 1 ਮਿੰਟ 'ਚ ਕੋਈ ਹੋਰ ਦਾ ਹੋਰ, ਹੋਰ ਦਾ ਹੋਰ, ਹੋਰ ਦਾ ਹੋਰ ਰੰਗ ਵਿਖਾ ਦਿੰਦਾ। ਉਹਦੀ ਕੁਦਰਤ ਬੜੀ ਪ੍ਰਬਲ ਹੈ, ਬੜੀ ਵਿਸ਼ਾਲ ਹੈ।
ਐਸੇ ਮੇਰੇ ਪ੍ਰਭੂ ਵਾਹਿਗੁਰੂ ਦੇ ਗੁਣਾਂ ਦਾ ਮਹਾਰਾਜ ਕਥਨ ਕਰ ਰਹੇ ਨੇ। ਕਹਿੰਦੇ ਭਾਈ ਉਹਦੀ ਕਿਸੇ ਤਰੀਕੇ ਨਾਲ ਵੀ ਗਤਮਿਤ ਨੂੰ ਕੋਈ ਜਾਣ ਨਹੀਂ ਸਕਦਾ। ਹਾਂਜੀ, ਅੰਤ ਨਾ ਜਾਪੈ ਕੀਤਾ ਆਕਾਰ। ਉਸ ਵਾਹਿਗੁਰੂ ਨੇ ਇਤਨਾ ਵੱਡਾ ਆਕਾਰ ਕੀਤਾ, ਪਸਾਰਾ ਪਸਾਰਿਆ, ਜ਼ੋਰ ਲਾ ਕੇ ਵੀ ਉਹਦਾ ਆਕਾਰ ਮਾਪਿਆ ਨਹੀਂ ਜਾ ਸਕਦਾ। ਕਿੱਡਾ ਕੁ ਪਸਾਰਾ ਪਸਾਰ ਦਿੱਤਾ। ਜਿਨ ਅੰਡ ਤੇ ਬ੍ਰਹਮੰਡ ਕੀਨੇ 114 ਖੰਡ। ਉਸ ਬ੍ਰਹਮ ਦੇ ਆਂਡੇ ਨੂੰ ਬ੍ਰਹਮੰਡ ਕਹਿੰਦੇ ਹਨ। ਬ੍ਰਹਮੰਡ ਦਾ ਮਤਲਬ ਹੈ ਬ੍ਰਹਮ ਦਾ ਆਂਡਾ। ਪਰਮਾਤਮਾ ਬ੍ਰਹਮ ਵਿਆਪਕ ਹੈ, ਉਹਦਾ ਆਂਡਾ, ਉਹਦਾ ਪਸਾਰਿਆ ਹੋਇਆ ਇਹ ਪਸਾਰਾ ਹੈ ਬ੍ਰਹਮਾਂਡ। ਕਿੱਡਾ ਕੁ ਵੱਡਾ ਹੈ, ਕਿੱਡਾ ਆਕਾਰ ਕੀਤਾ, ਕਿੱਡਾ ਪਸਾਰਾ ਪਸਾਰਿਆ, ਕੋਈ ਅੰਤ ਨਹੀਂ ਪਾ ਸਕਿਆ। ਆਕਾਰ ਨਾਮ ਅਗਿਆਨ ਦਾ ਵੀ ਹੈ ਸਾਧ ਸੰਗਤ ਜੀ। ਇਹ ਸਾਰੀ ਸ੍ਰਿਸ਼ਟੀ ਦੇ ਅੰਦਰ ਅਗਿਆਨ ਪ੍ਰਧਾਨ ਹੈ। ਅਗਿਆਨ ਕਰਕੇ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਜੇ ਗਿਆਨ ਹੋ ਜਾਵੇ ਤੇ ਫਿਰ ਸ੍ਰਿਸ਼ਟੀ ਨਜ਼ਰ ਨਹੀਂ ਆਉਂਦੀ, ਫਿਰ ਕੁਝ ਹੋਰ ਹੀ ਨਜ਼ਰ ਆਉਂਦਾ, ਪਰਮੇਸ਼ਰ ਨਜ਼ਰ ਆਉਂਦਾ। ਇਹ ਪ੍ਰਮਾਤਮਾ ਨੇ, ਵਾਹਿਗੁਰੂ ਨੇ ਅਗਿਆਨ ਬਣਾਇਆ ਸ੍ਰਿਸ਼ਟੀ ਦੇ ਅੰਦਰ। ਅਗਿਆਨ ਕਰਕੇ ਪਰਮੇਸ਼ਰ ਬ੍ਰਹਮ ਨਜ਼ਰ ਨਹੀਂ ਆਉਂਦਾ, ਬਲਕਿ ਸੰਸਾਰ ਨਜ਼ਰ ਆਉਂਦਾ ਹੈ। ਅੰਤ ਨਾ ਜਾਪੈ ਕੀਤਾ ਆਕਾਰ। ਅੰਤ ਨਹੀਂ ਪੈਂਦਾ। ਵਾਹਿਗੁਰੂ ਨੇ ਅਗਿਆਨ ਦਾ ਪਸਾਰਾ ਕਿੱਡਾ ਵੱਡਾ ਪਸਾਰਿਆ ਹੈ। ਅੰਤ ਨਾ ਜਾਪੈ ਪਾਰਾਵਾਰ। ਵਾਹਿਗੁਰੂ ਪਰਮੇਸ਼ਰ ਦਾ ਪਾਰਾਵਾਰ, ਪਰਲਾ ਪਾਸਾ ਵੀ ਕੋਈ ਨਹੀਂ ਜਾਣ ਸਕਦਾ। ਪਰੇ ਕੀ ਹੈ? ਉਸ ਪ੍ਰਭੂ ਤੋਂ ਪਰੇ ਕੁਛ ਵੀ ਨਹੀਂ ਹੈ। ਪਰਲਾ ਪਾਸਾ ਹੈ ਹੀ ਨਹੀਂ ਉਹਦਾ ਕੋਈ। ਸਰਬੱਤਰ ਵਿਆਪਕ ਹੈ। ਜਿਵੇਂ ਪੰਜਾਬ ਖਤਮ ਹੋਵੇ ਤੇ ਪਰਲੇ ਪਾਸੇ ਹਰਿਆਣਾ ਸ਼ੁਰੂ ਹੋ ਗਿਆ, ਹਰਿਆਣਾ ਖਤਮ ਹੋਏ ਤੇ ਅੱਗੇ ਯੂਪੀ, ਪਰਲੇ ਪਾਸੇ ਬਿਹਾਰ ਸ਼ੁਰੂ ਹੋ ਗਿਆ, ਪਰਲੇ ਪਾਸੇ ਸਮੁੰਦਰ ਸ਼ੁਰੂ ਹੋ ਗਿਆ, ਸਮੁੰਦਰ ਤੋਂ ਪਰੇ ਆਕਾਸ਼ ਹੋ ਗਿਆ, ਉਸ ਤੋਂ ਪਰੇ ਕੀ ਹੋ ਗਿਆ? ਪਰਮਾਤਮਾ ਤੋਂ ਪਰੇ ਅਸੀਂ ਕੁਝ ਨਹੀਂ ਕਹਿ ਸਕਦੇ। ਅੰਤ ਨਾ ਜਾਪੈ ਪਾਰਾਵਾਰ। ਉਹਦਾ ਪਾਰਾਵਾਰ, ਪਰਲਾ ਪਾਸਾ ਕੋਈ ਨਹੀਂ ਜਾਣ ਸਕਦਾ। ਅੰਤ ਕਾਰਨ ਕੀਤੇ ਬਿਲ ਲਾਹੇ। ਉਸ ਪ੍ਰਭੂ ਦਾ, ਵਾਹਿਗੁਰੂ ਦਾ ਅੰਤ ਪਾਉਣ ਲਈ ਕਈ ਵਿਰਲਾਪ ਕਰਦੇ ਫਿਰਦੇ ਹੈ ਵੀ ਅਸੀਂ ਅੰਤ ਪਾ ਲਵਾਂਗੇ। ਜਦੋਂ ਬ੍ਰਹਮਾ ਦੀ ਉਤਪਤੀ ਹੋਈ ਹੈ ਸਾਧ ਸੰਗਤ ਜੀ, ਪੁਰਾਣਾ ਦੇ ਹਿਸਾਬ ਦੇ ਨਾਲ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੇ ਮੁਖ ਕੰਠ ਸਵਾਰ, ਤਿਨ ਵੀ ਅੰਤ ਨ ਪਾਇਓ ਤਾਕਾ, ਆਵਤ ਜਾਤ ਫਿਰੈ ਗੁਬਾਰ। ਬ੍ਰਹਮਾ ਕਮਲ ਤੋਂ ਜਦੋਂ ਪੈਦਾ ਹੋਏ ਤਾਂ ਬ੍ਰਹਮਾ ਨੇ ਆਲੇ ਦੁਆਲੇ ਵੇਖਿਆ, ਜਲ ਹੀ ਜਲ ਹੈ। ਫਿਰ ਉਹਨੇ ਸੋਚਿਆ ਮੈਂ ਕਿੱਥੋਂ ਪੈਦਾ ਹੋਇਆ ਹਾਂ। ਆਕਾਸ਼ਬਾਣੀ ਹੋਈ ਵੀ ਤੂੰ ਇਸ ਕਮਲ ਦੀ ਨਾਲ ਵਿੱਚੋਂ ਪੈਦਾ ਹੋਇਆ। ਬ੍ਰਹਮਾ ਨੇ ਉਸ ਕਮਲ ਨੂੰ ਲੱਤ ਮਾਰੀ ਵੀ ਮੈਂ ਐਡਾ ਵੱਡਾ ਇਸ ਕਮਲ ਚੋਂ ਪੈਦਾ ਕਿਵੇਂ ਹੋ ਸਕਦਾ? ਕਿਉਂਕਿ ਇਨਸਾਨ ਹੰਕਾਰੀ ਬਿਰਤੀ ਦਾ ਮਾਲਕ ਹੈ, ਆਪਣੇ ਮੂਲ ਨੂੰ ਪਛਾਣਦਾ ਨਹੀਂ ਹੈ। ਤਾਂ ਆਪਾਂ ਵੀ ਸਾਰੇ ਛੋਟੀ ਜਿਹੀ ਨਾਲ ਵਿੱਚੋਂ ਹੀ ਪੈਦਾ ਹੋਏ ਆ ਨਾ। ਉਹ ਕਮਲ ਦੇ ਫੁੱਲ ਨੂੰ ਲੱਤ ਮਾਰੀ ਵੀ ਮੈਂ ਇਹਦੇ ਵਿੱਚੋਂ ਪੈਦਾ ਹੋਇਆ। ਕਹਿੰਦੇ ਉਹਦੇ ਵਿੱਚ ਹੀ ਧੱਸ ਗਿਆ, ਉਹਦੇ ਵਿੱਚ ਹੀ ਡਿੱਗ ਪਿਆ। ਥੱਲੇ ਨੂੰ ਨਾਲ ਧੱਸਦਾ ਗਿਆ, ਧੱਸਦਾ ਗਿਆ। ਫਿਰ ਉਹਨੂੰ ਪਤਾ ਲੱਗਾ ਵੀ ਇਹਦਾ ਅੰਤ ਲੱਭ ਕੇ ਆਵਾਂ, ਇਹ ਨਾਲ ਕਿੱਥੋਂ ਤੱਕ ਜਾਂਦੀ ਹੈ।
ਤੁਰ ਪਿਆ। ਮਹਾਰਾਜ ਬਾਣੀ 'ਚ ਕਹਿੰਦੇ ਨੇ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਬ੍ਰਹਮਾ ਸ੍ਰਿਸ਼ਟੀ ਦਾ ਮੁੱਢ ਲੱਭਣ ਚਲਾ ਗਿਆ। 18 ਯੁੱਗ ਬੀਤ ਗਏ, 18 ਯੁੱਗ ਲੱਗ ਗਏ। 18 ਯੁੱਗਾਂ ਵਿੱਚ ਉਸ ਨਾਲ ਦਾ ਹੀ ਅੰਤ ਨਹੀਂ ਪਿਆ। ਉਹ ਜਿਹੜੀ ਨਾਲ ਸੀ ਨਾ, ਕਮਲ ਦੀ ਡੰਡੀ ਸੀ, ਉਹਦਾ 18 ਯੁੱਗਾਂ 'ਚ ਅੰਤ ਨਹੀਂ ਪਿਆ। ਤੁਰਦਾ 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 ਥੱਕ ਗਿਆ, ਹੰਬ ਗਿਆ। ਕਹਿੰਦੇ ਚਲੋ ਵਾਪਸ ਚਲੀਏ। ਹੁਣ ਜਿੰਨਾ ਸਮਾਂ ਜਾਣ ਤੇ ਲੱਗਦਾ ਓਨਾ ਆਉਣ ਤੇ ਵੀ ਲੱਗਦਾ। 18 ਯੁੱਗ ਜਾਂਦਿਆਂ ਲੱਗੇ, 18 ਆਉਂਦਿਆਂ ਲੱਗੇ। ਜਦੋਂ ਵਾਪਸ ਆਇਆ 36 ਯੁੱਗ ਹੋ ਗਏ। ਸ੍ਰਿਸ਼ਟੀ ਦੀ ਰਚਨਾ ਦਾ ਕਾਰਜ ਜਿਹੜਾ ਸੀ 36 ਯੁੱਗ ਲੇਟ ਹੋ ਗਿਆ। ਮਹਾਰਾਜ ਕਹਿੰਦੇ ਯੁੱਗ 36 ਕੀਓ ਗੁਬਾਰਾ। 36 ਯੁੱਗ ਗੁਬਾਰ ਹੀ ਰਿਹਾ, ਹਨੇਰਾ ਹੀ ਰਿਹਾ। ਫਿਰ ਸ੍ਰਿਸ਼ਟੀ ਦੀ ਰਚਨਾ ਹੋਈ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ। ਕਿਤਨੇ ਹੀ ਲੋਕ ਹਨ ਜਿਹੜੇ ਅੰਤ ਪਾਉਣ ਵਾਸਤੇ ਬਿਰਲਾਪ ਕਰ ਰਹੇ ਆ ਵੀ ਅੰਤ ਪਾ ਲਈਏ। ਬੜਾ ਜ਼ੋਰ ਲਾਉਂਦੇ ਆ, ਬੜੀ ਤਾਕਤ ਲਾਉਂਦੇ ਆ ਵੀ ਅੰਤ ਪੈ ਜਾਵੇ, ਤਾਕੇ ਅੰਤ ਨ ਪਾਏ ਜਾਹੇ। ਪਰ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੇ ਅੰਤ ਨਹੀਂ ਪੈਂਦੇ। ਉਹਦੀ ਮਾਇਆ ਦਾ, ਉਹਦੀ ਸ਼ਕਤੀ ਦਾ, ਉਹਦੇ ਤਾਕਤ ਬਲ ਦਾ ਅੰਤ ਨਹੀਂ ਪੈਂਦਾ। ਇਹੋ ਅੰਤ ਨ ਜਾਣੈ ਕੋਏ। ਮਹਾਰਾਜ ਕਹਿੰਦੇ ਇਸ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਦਾ ਅੰਤ ਕੋਈ ਨਹੀਂ ਜਾਣਦਾ, ਕੋਈ ਵੀ ਨਹੀਂ। ਜੇ ਬ੍ਰਹਮਾ ਜੀ ਨੂੰ ਨਹੀਂ ਪਤਾ ਲੱਗਿਆ, ਸਾਨੂੰ ਤੁਹਾਨੂੰ ਕੀ ਪਤਾ ਲੱਗਣਾ ਹੈ? ਇਨਸਾਨ ਦੀ ਕੀ ਸਮਰੱਥਾ ਹੈ? ਉਹ ਪ੍ਰਭੂ ਦੀ ਮਾਇਆ ਪ੍ਰਭੂ ਹੀ ਜਾਣਦਾ ਹੈ। ਬੇਅੰਤ ਹੈ, ਬੇਅੰਤ ਹੀ ਰਹੇਗੀ। ਬਹੁਤਾ ਕਹੀਐ ਬਹੁਤਾ ਹੋਏ। ਬਹੁਤਾ ਕਹਿੰਦੇ ਆ ਨਾ, ਹੋਰ ਬਹੁਤਾ ਹੋ ਜਾਂਦਾ। ਉਹਦੀ ਬਹੁਤਾਤ ਘਟਦੀ ਨਹੀਂ, ਵੱਧਦੀ ਜਾਂਦੀ ਹੈ। ਬਹੁਤਾ ਕਹੀਐ ਬਹੁਤਾ ਹੋਏ, ਬਹੁਤਾ ਕਹੀਐ ਬਹੁਤਾ ਹੋਏ। ਬਹੁਤਾ ਕਹੀਐ ਬਹੁਤਾ ਹੋਏ, ਬਹੁਤਾ ਕਹੀਐ ਬਹੁਤਾ ਹੋਏ। ਬਹੁਤਾ ਬੇਅੰਤ ਵੱਡਾ ਪ੍ਰਭੂ ਦਾ ਪਸਾਰਾ ਹੈ। ਜਿੰਨਾ ਵੀ ਅਸੀਂ ਕਥਨ ਕਰਦੇ ਹਾਂ ਉਤਨਾ ਹੀ ਜ਼ਿਆਦਾ ਹੋਰ ਪਰੇ ਤੋਂ ਪਰੇ, ਪਰੇ ਤੋਂ ਪਰੇ ਅਨੁਭਵ ਵਿੱਚ ਆਈ ਜਾਂਦਾ ਹੈ। ਕਿੰਨਾ ਗੰਦ ਪਾ ਲਵਾਂਗੇ, ਕਿੰਨੀ ਖੋਜ ਕਰ ਲਵਾਂਗੇ, ਕਿੰਨਾ ਕੁ ਸਿਰ ਖਪਾ ਲਵਾਂਗੇ, ਹਾਰ ਜਾਵਾਂਗੇ, ਥੱਕ ਜਾਵਾਂਗੇ। ਉਸ ਪ੍ਰਭੂ ਦੀ ਵਡਿਆਈ ਦਾ ਅੰਤ ਨਹੀਂ ਪਏਗਾ। ਵੱਡਾ ਸਾਹਿਬ ਉੱਚਾ ਥਾਉ। ਉਹ ਵਾਹਿਗੁਰੂ ਵੱਡਾ ਸਾਹਿਬ ਹੈ, ਬਹੁਤ ਵੱਡਾ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਜੀਆਂ ਅੰਦਰ ਜੀਓ ਸਭ ਕੁਛ ਜਾਣਦਾ। ਸਾਰਿਆਂ ਜੀਆਂ ਦੇ ਅੰਦਰ ਜੀਵ ਰੂਪ ਹੋ ਕੇ ਆਪ ਹੀ ਵਰਤ ਰਿਹਾ ਹੈ। ਸਾਰਿਆਂ ਦੇ ਅੰਦਰ, ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਆਪ ਹੀ ਹੈ। ਸਭ ਕੁਛ ਤੇਰਾ ਵਸ, ਤੇਰਾ ਘਰ ਭਲਾ। ਸਾਰਾ ਕੁਝ ਤੇਰੇ ਵਸ ਵਿੱਚ ਹੈ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀਸੈ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ। ਮਹਾਰਾਜ ਕਹਿੰਦੇ ਭਾਈ ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ। ਵਾਹਿਗੁਰੂ ਵੱਡਾ ਹੈ, ਉਹਦਾ ਦਰਬਾਰ ਵੀ ਉੱਚਾ ਹੈ। ਜਿੱਥੇ ਉਹ ਬਿਰਾਜਿਆ ਹੋਇਆ ਹੈ, ਜਿੱਥੇ ਉਹਦਾ ਸਥਾਨ ਹੈ, ਉਹ ਸਾਰਿਆਂ ਤੋਂ ਉੱਚਾ ਸੂਖਸ਼ਮ ਰੂਪ ਹੈ। ਬਾਕੀ ਸਭ ਸਥੂਲ ਹਨ। ਬਾਕੀ ਸਾਰਿਆਂ ਸਥਾਨਾਂ ਤੱਕ ਪਹੁੰਚ ਹੋ ਜਾਂਦੀ ਹੈ। ਵਾਹਿਗੁਰੂ ਦੇ ਸਥਾਨ ਤੱਕ ਪਹੁੰਚ ਕਰਨੀ ਬੜੀ ਔਖੀ ਹੈ। ਜਿਸ ਦੀ ਬਾਂਹ ਫੜੇ ਉਹ ਹੀ ਉੱਥੇ ਪਹੁੰਚ ਸਕਦਾ ਹੈ।
ਜਣੇ ਖਣੇ ਨੂੰ ਉਸ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਊਚੇ ਉਪਰ ਊਚਾ ਨਾਉ। ਉਸ ਵਾਹਿਗੁਰੂ ਤੋਂ ਉੱਚਾ ਕੌਣ ਹੈ? ਕਹਿੰਦੇ ਉੱਚੇ ਉੱਪਰ ਉੱਚਾ ਨਾਉ। ਉਸ ਵਾਹਿਗੁਰੂ ਤੋਂ ਵੀ ਉੱਚਾ ਉਹਦਾ ਨਾਮ ਹੈ। ਕਿਵੇਂ? ਉਸ ਦੇ ਸਰੂਪ ਦੀ ਪ੍ਰਾਪਤੀ ਨਾਮ ਦੁਆਰਾ ਹੀ ਕਥਨ ਕੀਤੀ ਗਈ ਹੈ। ਇਸੇ ਕਰਕੇ ਮੂਲ ਮੰਤਰ ਮੁੱਢ ਵਿੱਚ ਮਹਾਰਾਜ ਨੇ ਏਕ ਓੰਕਾਰ ਸਤਿਨਾਮ ਕਹਿੰਦੇ ਨਾਮ ਦਾ ਦੁਆਰਾ ਹੀ ਜਾਣਿਆ ਜਾਂਦਾ ਹੈ। ਵਾਹਿਗੁਰੂ ਤੋਂ ਵੱਡਾ ਉਹਦਾ ਨਾਮ ਹੈ। ਇਹੀ ਗੱਲ ਦੱਸਣ ਵਾਸਤੇ ਭਗਵਾਨ ਰਾਮਚੰਦਰ ਜੀ ਮਹਾਰਾਜ ਨੇ ਰਾਮੇਸ਼ਵਰ ਤੀਰਥ ਤੇ ਕੌਤਕ ਵਰਤਾਇਆ ਸੀ। ਜਦੋਂ ਸਾਧ ਸੰਗਤ ਜੀ ਬਾਂਦਰਾਂ ਨੇ ਆਖਿਆ ਭਗਵਾਨ ਸਮੁੰਦਰ ਤੋਂ ਪਾਰ ਕਿਵੇਂ ਹੋਈਏ? ਭਗਵਾਨ ਕਹਿੰਦੇ ਪੁਲ ਬੰਨ੍ਹ ਲਓ, ਪੱਥਰ ਲਿਆ ਕੇ ਸੁੱਟੋ, ਪੁਲ ਬੰਨੋ। ਉਹ ਸਮੁੰਦਰ 'ਚ ਪੱਥਰ ਤੇ ਪਹਾੜ ਸੁੱਟੇ ਗਏ ਪਰ ਡੁੱਬਣ ਲੱਗ ਪਏ। ਕਹਿੰਦੇ ਭਗਵਾਨ ਤੁਸੀਂ ਆਪ ਪੱਥਰ ਸੁੱਟੋ, ਤੁਹਾਡੇ ਹੱਥੋਂ ਨਹੀਂ ਡੁੱਬਣਗੇ। ਭਗਵਾਨ ਨੇ ਵੀ ਪੱਥਰ ਚੁੱਕ ਕੇ ਸੁੱਟੇ ਤੇ ਭਗਵਾਨ ਦੇ ਹੱਥੋਂ ਵੀ ਡੁੱਬਣ ਲੱਗ ਪਏ। ਸਾਰੇ ਹੈਰਾਨ ਹੋਏ ਵੀ ਭਗਵਾਨ ਦੇ ਹੱਥੋਂ ਸੁੱਟੇ ਹੋਏ ਪੱਥਰ ਵੀ ਡੁੱਬ ਰਹੇ ਹਨ। ਤਾਂ ਭਗਵਾਨ ਰਾਮਚੰਦਰ ਜੀ ਕਹਿਣ ਲੱਗੇ ਏਦਾਂ ਕਰੋ, ਇਹਨਾਂ ਪੱਥਰਾਂ ਤੇ ਰਾਮ ਰਾਮ ਲਿਖ ਕੇ ਸੁੱਟੋ, ਫਿਰ ਨਹੀਂ ਡੁੱਬਣਗੇ। ਜਦੋਂ ਰਾਮ ਰਾਮ ਲਿਖ ਕੇ ਸੁੱਟਿਆ ਤੇ ਪੱਥਰ ਨਹੀਂ ਡੁੱਬੇ, ਪੁਲ ਬੱਝ ਗਿਆ। ਉਸ ਪੁਲ ਦੁਆਰਾ ਫੌਜਾਂ ਪਾਰ ਲੰਘ ਗਈਆਂ। ਹਨੂਮਾਨ ਵਰਗਿਆਂ ਨੇ ਭਗਤਾਂ ਨੇ ਪੁੱਛਿਆ ਭਗਵਾਨ ਤੁਹਾਡੇ ਹੱਥੋਂ ਸੁੱਟਿਆ ਪੱਥਰ ਡੁੱਬ ਗਏ ਤੇ ਜੇ ਤੇ ਰਾਮ ਤੁਹਾਡਾ ਨਾਮ ਲਿਖਿਆ ਤੇ ਤਰ ਗਏ। ਭਗਵਾਨ ਕਹਿੰਦੇ ਹਾਂ, ਮੇਰੇ ਨਾਲੋਂ ਮੇਰੇ ਨਾਮ ਦੇ ਵਿੱਚ ਤਾਕਤ ਜ਼ਿਆਦਾ ਹੈ। ਸਭ ਤੇ ਊਚ ਨਾਮ ਵਡਿਆਈ, ਰਾਮ ਨਾ ਸਕੈ ਨਾਮ ਗੁਣ ਗਾਈ। ਰਾਮ ਚਰਿਤ੍ਰ ਮਾਨਸ ਤੁਲਸੀਦਾਸ ਜੀ ਬਾਲਕਾਂਡ ਵਿੱਚ ਲਿਖਦੇ ਨੇ ਕਿ ਨਾਮ ਦੀ ਵਡਿਆਈ ਸਾਰਿਆਂ ਤੋਂ ਉੱਚੀ ਹੈ। ਨਾਮ ਤੁਲ ਕਾ ਸ਼ਬਰ ਨ ਹੋਏ, ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉੱਚੇ ਉੱਪਰ ਉੱਚਾ ਨਾਉ, ਉੱਚੇ ਉੱਪਰ ਉੱਚਾ ਨਾਉ। ਉੱਚੇ ਉੱਪਰ ਉੱਚਾ ਨਾਉ, ਉੱਚੇ ਉੱਪਰ ਉੱਚਾ ਨਾਉ। ਵਾਹਿਗੁਰੂ 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 ਬਹੁਤ ਵੱਡਾ ਹੈ। ਇਹ ਨਾਮ ਦੀ ਇਤਨੀ ਸ਼ਕਤੀ ਹੈ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਪਸ਼ੂਆਂ ਪ੍ਰੇਤਾਂ ਮੁਗਧਾਂ ਮੂਰਖਾਂ ਗਿਆਨੀਆਂ ਪਾਪੀਆਂ ਦੇ ਬੇੜੇ ਇਸ ਨਾਮ ਨੇ ਬੰਨੇ ਲਾ ਦਿੱਤੇ, ਸਾਡੇ ਵੀ ਲਾ ਦੇਵੇਗਾ। ਭਗਤ ਰਵਿਦਾਸ ਜੀ ਕਹਿੰਦੇ ਨੇ ਅਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੈ ਰਵਿਦਾਸ। ਭਗਤ ਰਵਿਦਾਸ ਜੀ ਕਹਿੰਦੇ ਵੀ ਨਾਮ ਜਪਣ ਨਾਲ ਅਜਾਮਲ ਵਰਗੇ ਪਾਪੀ, ਲੁਭਤ ਕਹੀਏ ਸ਼ਿਕਾਰੀ ਝੀਵਰ, ਭਗਵਾਨ ਕ੍ਰਿਸ਼ਨ ਜੀ ਦੇ ਪੈਰ 'ਚ ਤੀਰ ਮਾਰਨ ਵਾਲਾ, ਮੱਛੀ ਮਾਰ, ਹਾਥੀ ਜਿਹੜਾ ਤੰਦੂਏ ਨੇ ਪਕੜ ਲਿਆ ਸੀ ਡੁੱਬਣ ਲੱਗਾ ਸੀ, ਉਹ ਵੀ ਨਾਮ ਜਪ ਕੇ ਹਰੀ ਦੇ ਪਾਸ ਚਲੇ ਗਏ, ਵਾਹਿਗੁਰੂ ਦੇ ਕੋਲ ਚਲੇ ਗਏ, ਪ੍ਰਮਾਤਮਾ ਦੇ ਦੇਸ਼ ਚਲੇ ਗਏ। ਜੇ ਇਹੋ ਜਿਹੇ ਪਾਪੀ ਤਰ ਗਏ ਨੇ ਤੇ ਬੰਦੇ ਤੂੰ ਕਿਉਂ ਨਹੀਂ ਤਰਦਾ? ਤੂੰ ਵੀ ਤਰ ਜਾਏਗਾ, ਭਗਤ ਰਵਿਦਾਸ ਜੀ ਕਹਿ ਰਹੇ ਆ। ਫਿਰ ਭਗਤ ਰਵਿਦਾਸ ਜੀ ਆਪਣੇ ਮਨ ਨੂੰ ਵੀ ਕਹਿੰਦੇ ਆ ਵੀ ਮਨਾ ਤੂੰ ਵੀ ਤਰ ਜਾਏਗਾ, ਤੂੰ ਵੀ ਜਪ ਲੈ। ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਾ ਰਵਿਦਾਸ। ਰਵਿਦਾਸ ਤੂੰ ਕਿਉਂ ਨਹੀਂ ਤਰੇਗਾ? ਤੂੰ ਵੀ ਤਰ ਜਾਏਗਾ। ਤੇ ਰਵਿਦਾਸ ਸਾਨੂੰ ਵੀ ਕਹਿੰਦੇ ਆ ਭਾਈ ਤੁਸੀਂ ਵੀ ਤਰ ਜਾਓਗੇ, ਜਪੋ ਤਾਂ ਸਹੀ
ਵਾਹਿਗੁਰੂ 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 ਵਾਹਿਗੁਰੂ। ਉੱਚੇ ਉੱਪਰ ਉੱਚਾ ਨਾਉ, ਉੱਚੇ ਉੱਪਰ ਉੱਚਾ ਨਾਉ। ਵਾਹਿਗੁਰੂ ਇਤਨਾ ਉੱਚਾ ਹੈ, ਉਹਦਾ ਨਾਮ ਕਿਤਨਾ ਉੱਚਾ ਹੋਵੇਗਾ, ਕਥਨ ਕਰਨ ਤੋਂ ਬਾਹਰੀ ਗੱਲ ਹੈ। ਜੇ ਵੱਡਾ ਉੱਚਾ ਹੋਵੇ ਕੋਈ। ਮਹਾਰਾਜ ਕਹਿੰਦੇ ਵਾਹਿਗੁਰੂ ਇੰਨਾ ਵੱਡਾ ਹੈ ਵੀ ਜੇ ਕੋਈ ਐਡਾ ਵੱਡਾ ਹੋਵੇ, ਐਡਾ ਵੱਡਾ ਹੋਣਾ ਮੁਸ਼ਕਲ ਹੈ ਜਿੱਡਾ ਵਾਹਿਗੁਰੂ ਹੈ। ਕਹਿੰਦੇ ਜੇ ਕੋਈ ਵਾਹਿਗੁਰੂ ਜਿਤਨਾ ਵੱਡਾ ਹੋ ਜਾਵੇ, ਤਿਸ ਉੱਚੇ ਕਉ ਜਾਣੈ ਸੋਏ। ਉਹੀ ਵਾਹਿਗੁਰੂ ਨੂੰ ਜਾਣ ਸਕਦਾ, ਉੱਚੇ ਨੂੰ। ਕਿਉਂਕਿ ਜਿਤਨਾ ਉੱਚਾ ਕੋਈ ਸਥਾਨ ਹੈ, ਆਪਾਂ ਉਹਨੇ ਉੱਚੇ ਹੋਵਾਂਗੇ ਤਾਂ ਹੀ ਉਸ ਸਥਾਨ ਬਾਰੇ ਜਾਣਾਂਗੇ। ਜਿਹੜਾ ਵਾਹਿਗੁਰੂ ਜਿੰਨਾ ਉੱਚਾ ਹੋਵੇ, ਉਹੀ ਵਾਹਿਗੁਰੂ ਦੀ ਉਚਾਈ ਨੂੰ ਜਾਣ ਸਕਦਾ ਹੈ। ਜੇ ਵਡਿਆਪ ਜਾਣੈ ਆਪ ਆਪ। ਜਿੱਡਾ ਵੱਡਾ ਵਾਹਿਗੁਰੂ ਹੈ, ਪਰਮੇਸ਼ਰ ਹੈ, ਉਹਦੀ ਵਡਿਆਈ ਨੂੰ, ਉਹਦੀ ਤਾਕਤ ਨੂੰ ਆਪ ਹੀ ਆਪ ਜਾਣਦਾ ਹੈ, ਦੂਸਰਾ ਨਹੀਂ ਕੋਈ ਜਾਣ ਸਕਦਾ। ਬੁੱਧੀ ਦੀ ਵੀ ਪਹੁੰਚ ਨਹੀਂ ਹੈ, ਮਨ ਦੀ ਵੀ ਗਮਤਾ ਨਹੀਂ ਹੈ, ਇੰਦਰੀਆਂ ਦੀ ਪਹੁੰਚ ਤਾਂ ਹੋ ਹੀ ਨਹੀਂ ਸਕਦੀ। ਮਨ ਬੁੱਧੀ ਚੇਤੇ ਤੋਂ ਪਰੇ, ਪੰਜਾਂ ਕੋਸ਼ਾਂ ਤੋਂ ਅਤੀਤ ਉਹ ਪਰਮਾਤਮਾ ਦਾ ਧਾਮ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਟ 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 ਲਖ ਧਾਵੈ, ਇੱਕ ਤਿਲ ਤਾਕਾ ਮਹਿਲ ਨਾ ਪਾਵੈ। ਕਰੋੜਾਂ ਦੌੜਾਂ ਲਾ ਲਓ ਫਿਰ ਵੀ ਉੱਥੇ ਨਹੀਂ ਅੱਪੜ ਸਕਦੇ, ਉਸ ਮਹਿਲ ਤੱਕ ਨਹੀਂ ਅੱਪੜ ਸਕਦੇ। ਮਹਾਰਾਜ ਕਹਿੰਦੇ ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਇ। ਉਸ ਉੱਚੇ ਨੂੰ, ਵਾਹਿਗੁਰੂ ਨੂੰ ਉਹੀ ਜਾਣੇਗਾ ਜਿਹੜਾ ਉਹਦੇ ਵਰਗਾ ਉੱਚਾ ਹੋਵੇਗਾ। ਨਾਨਕ ਨਦਰੀ ਕਰਮੀ ਦਾਤ। ਮਹਾਰਾਜ ਸਾਹਿਬ ਜੀ ਕਥਨ ਕਰਦੇ ਅਖੀਰਲੀ ਪੌੜੀ ਪੰਗਤੀ ਵਿੱਚ, ਨਾਨਕ ਨਦਰੀ ਕਰਮੀ ਦਾਤ। ਜਦੋਂ ਨਦਰ ਕਰਮ ਕਰ ਦਿੰਦਾ ਹੈ, ਜਿਨ ਕੋ ਨਦਰ ਕਰਮ ਤਿਨਕਾਰ। ਨਦਰ ਕਰਮ ਬਖਸ਼ਿਸ਼ ਦੀ ਨਜ਼ਰ, ਮਿਹਰ ਦੀ ਨਜ਼ਰ ਕਰਦਾ ਹੈ ਵਾਹਿਗੁਰੂ, ਤੇ ਉਦੋਂ ਦਾਤ ਦਿੰਦਾ ਹੈ। ਉਦੋਂ ਆਪਣੇ ਸਰੂਪ ਦੀ ਸੋਝੀ ਜੀਵ ਨੂੰ ਦੇ ਕੇ ਜੀਵ ਨੂੰ ਵੀ ਆਪਣੇ ਵਰਗਾ ਹੀ ਕਰ ਲੈਂਦਾ ਹੈ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜੀਵ ਦਾ ਜੀਵ ਪੁਣਾ ਖਤਮ ਹੋ ਜਾਂਦਾ ਹੈ ਤੇ ਉਹਨੂੰ ਆਪਣੇ ਸਵੈ ਸਰੂਪ ਦੀ ਸੋਝੀ ਹੋ ਜਾਂਦੀ ਹੈ। ਹੁੰਦਾ ਇੱਕ ਕਰਮੀ ਦਾਤ ਹੈ, ਬਖਸ਼ਿਸ਼ ਨਾਲ ਹੁੰਦਾ ਹੈ। ਬਿਨਾਂ ਬਖਸ਼ਿਸ਼ ਦੇ ਸਾਧ ਸੰਗਤ ਜੀ ਕੁਛ ਨਹੀਂ ਹੁੰਦਾ। ਬੜੀ ਵੱਡੀ ਕਿਰਪਾ ਕੀਤੀ ਗੁਰੂ ਨਾਨਕ ਦੇਵ ਜੀ ਆਏ, ਦੁਨੀਆ ਨੂੰ ਦੱਸਿਆ ਪਰਮਾਤਮਾ ਦਾ ਸਰੂਪ ਕੀ ਹੈ, ਈਸ਼ਵਰ ਕੀ ਹੈ, ਮਾਇਆ ਕੀ ਹੈ, ਜਗਤ ਕੀ ਹੈ, ਸੰਜੀਵ ਕੀ ਹੈ। 5 ਪ੍ਰਕਾਰ ਦੇ ਜਿਹੜੇ ਭੇਦ ਹਨ, ਉਹ ਸਾਰੀਆਂ ਭ੍ਰਾਂਤੀਆਂ ਦੀ, ਭੇਦਾਂ ਦੀ ਨਿਵਰਤੀ ਕਰਕੇ, 5 ਪ੍ਰਕਾਰ ਦੇ ਕਲੇਸ਼ਾਂ ਦੀ ਨਿਵਰਤੀ ਕਰਕੇ ਗੁਰੂ ਸਾਹਿਬ ਜੀ ਨੇ ਜੀਵ ਬ੍ਰਹਮ ਮੈਂ ਭੇਦ ਨਾ ਲਈ ਹੈ, ਜੀਵ ਬ੍ਰਹਮ ਇੱਕ ਕਰਕੇ ਵਿਖਾ ਦਿੱਤਾ। ਇਹ ਕਿਰਪਾ ਮੁਕਤੀ ਦਾ ਦੁਆਰਾ ਖੋਲ੍ਹਿਆ ਗੁਰੂ ਨਾਨਕ ਸਾਹਿਬ ਨੇ। ਨਦਰੀ ਕਰਮੀ ਦਾਤ ਹੈ, ਹੋਰ ਕੋਈ ਤਰੀਕਾ ਨਹੀਂ। ਆਪਣੀ ਸਿਆਣਪ ਨਹੀਂ ਚੱਲਦੀ, ਗੁਰੂ ਕਿਰਪਾ ਹੀ ਚਾਹੀਦੀ ਹੈ। ਇਸ ਕਰਕੇ ਮੰਗਦੇ ਨੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਸਾਧ ਸੰਗਤ ਜੀ ਅਗਾਧ ਬਹੁਤ ਬਾਣੀ ਮਹਾਰਾਜ ਸਾਹਿਬ ਜੀ ਦੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।